सुखमणि सुख अमृत प्रभ नाम भगत जना के मन बिसराम। वाहिगुरु जी का खालसा वाहिगुरु जी की फतेह।
जब एक हर अपार, तब नरक सुरग कहो कौन अवतार, तब नरक सुरग कहो, तब नरक सुरग कहो कौन अवतार, कौन अवतार पावन चरित, पावन चरित आप करने नानक ठाकुर अगम अपार, नानक ठाकुर अगम अपार, पावन चरित जब निर्गुण तब सहज स्वभाव, जब निर्गुण तब सहज स्वभाव, तब शिव सकत कहो कित ठाए, तब शिव सकत कहो कित ठाए, जब आप अपनी जोत करे, जब आप अपनी जोत करे, तब कवन निडर, तब कवन निडर, कवन कत डरे, कवन कत डरे पावन चरित, पावन चरित आप करने नानक ठाकुर अगम अपार, नानक ठाकुर अगम अपार, पावन चरित नानक ठाकुर अगम अपार आपन चरित
ਲੇਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਆਪ ਜੀ ਲੜੀ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਸਰਵਣ ਕਰਦੇ ਆ ਰਹੇ ਹੋ। ਆਪ ਜੀ ਨੇ 20 ਅਸ਼ਟਪਦੀਆਂ ਦੀ ਵਿਚਾਰ ਗੁਰੂ ਸਵਾਰੇ ਵਿਦਵਾਨ ਜਨਾਂ ਪਾਸੋਂ ਸਰਵਣ ਕੀਤੀ। ਅੱਜ ਆਪਾਂ 21ਵੀਂ ਅਸ਼ਟਪਦੀ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਇੱਕ ਸ਼ਲੋਕ ਔਰ ਪਹਿਲੇ 4 ਪਦਿਆਂ ਦੀ ਵਿਚਾਰ ਅੱਜ ਦੇ ਸਮੇਂ ਵਿੱਚ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਕਰਨ ਦਾ ਯਤਨ ਕਰਾਂਗੇ। ਸਾਰੇ ਰਲ ਮਿਲ ਕੇ ਅਰਦਾਸ ਕਰੀਏ, ਸਤਿਗੁਰੂ ਜੀ ਗੁਰਬਾਣੀ ਦੀ ਵਿਚਾਰ ਤੁਸੀਂ ਆਪ ਹੀ ਕਰਵਾ ਲੈਣਾ ਔਰ ਆਪ ਜੀ ਦੀ ਗੁਰਬਾਣੀ, ਆਪ ਜੀ ਦਾ ਸ਼ਬਦ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਏ। ਆਓ ਸਤ ਸੰਗਤ ਜੀ, ਬੜੇ ਪਿਆਰ ਦੇ ਨਾਲ ਮਨ ਬਿਰਤੀਆਂ ਇਕਾਗਰ ਕਰਕੇ ਵਿਚਾਰਾਂ ਦੀ ਆਰੰਭਤਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਸਰਗੁਣ ਨਿਰਗੁਣ ਨਿਰੰਕਾਰ, ਸੋਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ, ਜੋ ਪ੍ਰਮਾਤਮਾ ਜਿਸ ਨੂੰ ਅਸੀਂ ਬੇਅੰਤ, ਅਚਰਜ, ਅਗੰਮ, ਅਗੋਚਰ, ਨਿਰੰਕਾਰ ਆਖਦੇ ਹਾਂ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਪ੍ਰਮਾਤਮਾ ਸਰਗੁਣ ਰੂਪ ਦੇ ਵਿੱਚ ਵੀ ਮੌਜੂਦ ਹੈ ਔਰ ਨਿਰਗੁਣ ਰੂਪ ਦੇ ਵਿੱਚ ਵੀ ਮੌਜੂਦ ਹੈ। ਸਰਗੁਣ ਦਾ ਅਰਥ ਹੁੰਦਾ ਹੈ ਜੋ ਵਿਖਣ ਦੇ ਵਿੱਚ ਹੋਵੇ। ਨਿਰਗੁਣ ਦਾ ਅਰਥ ਹੁੰਦਾ ਹੈ ਜਿਸ ਦਾ ਕੋਈ ਗੁਣ ਨਹੀਂ, ਭਾਵ ਜੋ ਵਿਖਣ ਦੇ ਵਿੱਚ ਨਹੀਂ ਹੈ, ਤਾਂ ਹੈ ਪਰ ਉਹਦਾ ਕੋਈ ਵਜੂਦ ਨਹੀਂ, ਉਹਦਾ ਕੋਈ ਗੁਣ ਨਹੀਂ। ਇਸ ਨੂੰ ਨਿਰਗੁਣ ਆਖਦੇ। ਸਤਿਗੁਰੂ ਜੀ ਫਰਮਾਨ ਕਰਦੇ ਹਨ, ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ। ਨਿਰੰਕਾਰ ਭਾਵ ਅਕਾਲ ਰਹਿਤ ਅਕਾਲ ਪੁਰਖ, ਤ੍ਰਿਗੁਣੀ ਮਾਇਆ ਦਾ ਰੂਪ ਭਾਵ ਜਗਤ ਰੂਪ ਵੀ ਆਪ ਹੈ ਤੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਵੀ ਆਪ ਹੀ ਹੈ। ਸੰਸਾਰ ਦੇ ਵਿੱਚ ਸੰਸਾਰ ਨੂੰ ਬਣਾਉਣ ਵਾਲਾ ਵਾਹਿਗੁਰੂ ਆਪ ਹੈ। ਸਾਧ ਸੰਗਤ ਜੀ, ਇਹ ਆਪਾਂ ਜਿਤਨਾ ਵੀ ਸੰਸਾਰ ਵੇਖ ਰਹੇ ਹਾਂ, ਸੰਸਾਰ ਦੇ ਜੀਵਾਂ ਨੂੰ ਵੇਖਦੇ ਹਾਂ, ਇਹ ਵਾਹਿਗੁਰੂ ਦਾ ਸਾਰਾ ਸਰਗੁਣ ਸਰੂਪ ਹੈ। ਪਰ ਇਸ ਨੂੰ ਚਲਾਉਣ ਵਾਲਾ, ਇਹਦੇ ਵਿੱਚ ਤਾਕਤ ਪੈਦਾ ਕਰਨ ਵਾਲਾ, ਸੰਸਾਰ ਨੂੰ ਚਲਾਉਣ ਵਾਲਾ, ਦਿਨ ਔਰ ਰਾਤ ਬਣਾਉਣ ਵਾਲਾ, ਜ਼ਿੰਦਗੀ ਔਰ ਮੌਤ ਨੂੰ ਬਣਾਉਣ ਵਾਲਾ, ਸੁੱਖ ਔਰ ਦੁੱਖ ਨੂੰ ਬਣਾਉਣ ਵਾਲਾ, ਖੁਸ਼ੀ ਔਰ ਗਮੀ ਨੂੰ ਬਣਾਉਣ ਵਾਲਾ ਸਤ ਸੰਗਤ ਜੀ ਨਿਰੰਕਾਰ ਹੈ। ਉਹ ਨਿਰਗੁਣ ਰੂਪ ਦੇ ਵਿੱਚ ਹੈ। ਸਤਿਗੁਰੂ ਕਹਿੰਦੇ ਹਨ, ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ। ਅਫੁਰ ਅਵਸਥਾ ਦੇ ਵਿੱਚ ਟਿਕਿਆ ਹੋਇਆ ਵੀ ਪ੍ਰਮਾਤਮਾ ਵਾਹਿਗੁਰੂ ਆਪ ਹੀ ਹੈ। ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾ। ਹੇ ਨਾਨਕ, ਇਹ ਸਾਰਾ ਸੰਸਾਰ ਜਿਤਨਾ ਵੀ ਆਪਾਂ ਵੇਖ ਰਹੇ ਹਾਂ, ਸਤ ਸੰਗਤ ਜੀ, ਪ੍ਰਭੂ ਨੇ
ਆਪ ਹੀ ਰਚਿਆ ਹੋਇਆ, ਤੇ ਜਗਤ ਦੇ ਜੀਵਾਂ ਦੇ ਵਿੱਚ ਬੈਠ ਕੇ ਆਪ ਹੀ ਆਪਣੀ ਯਾਦ ਨੂੰ, ਆਪਣੇ ਆਪ ਨੂੰ ਯਾਦ ਕਰ ਰਿਹਾ। ਸਤਿਗੁਰੂ ਜੀ ਕਹਿੰਦੇ ਹਨ ਕਿ ਸਾਰਾ ਬ੍ਰਹਿਮੰਡ ਵਾਹਿਗੁਰੂ ਨੇ ਬਣਾਇਆ, ਤੇ ਸਾਰੇ ਜੀਵਾਂ ਨੂੰ ਵੀ ਪ੍ਰਮਾਤਮਾ ਨੇ ਬਣਾਇਆ, ਤੇ ਜੀਵ ਜੋ ਪ੍ਰਮਾਤਮਾ ਨੂੰ ਯਾਦ ਕਰਦੇ ਹਨ, ਇਹ ਪ੍ਰਮਾਤਮਾ ਆਪ ਹੀ ਆਪਣੇ ਆਪ ਨੂੰ ਯਾਦ ਕਰਦਾ ਹੈ। ਦੇਖੋ ਕੈਸੀ ਅਚਰਜਤਾ ਵਾਲੀ ਗੱਲ ਕਿ ਪ੍ਰਮਾਤਮਾ, ਗੁਰਬਾਣੀ ਨੇ ਜਿਸ ਨੂੰ ਆਖਿਆ ਚੱਕਰ ਚੇਨ ਅਰ ਬਰਨ ਜ਼ਾਤ ਅਰ ਪਾਤ ਨੈਣ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਕੋਈ ਵਾਹਿਗੁਰੂ ਦਾ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਚੇਨ ਨਹੀਂ, ਕੋਈ ਚੱਕਰ ਨਹੀਂ, ਕੋਈ ਧਰਮ ਨਹੀਂ, ਕੋਈ ਜਾਤ ਨਹੀਂ, ਕੋਈ ਇੱਕ ਦੇਸ਼ ਨਹੀਂ। ਉਹ ਹਰ ਜੀਵ ਦੇ ਵਿੱਚ, ਹਰ ਰੂਪ ਵਿੱਚ, ਹਰ ਰੰਗ ਵਿੱਚ, ਹਰ ਜ਼ਰੇ ਵਿੱਚ, ਹਰ ਪ੍ਰਾਣੀ ਵਿੱਚ ਮੌਜੂਦ ਹੈ। ਇਸ ਵਾਸਤੇ ਉਹ ਤਾਂ ਹਰ ਸਮੇਂ ਹਾਜ਼ਰ ਨਾਜ਼ਰ ਹੈ। ਸਭ ਮੈਂ ਜੋਤ ਜੋਤ ਹੈ ਸੋਈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜੈਤਸਰੀ ਰਾਗ ਦੀ ਵਾਰ ਦਾ ਪਹਿਲਾ ਸ਼ਲੋਕ ਹੈ, ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਜਦੋਂ ਸੰਸਾਰ ਬਣਿਆ ਨਹੀਂ ਸੀ ਉਦੋਂ ਵੀ ਪ੍ਰਮਾਤਮਾ ਪੂਰਨ ਸੀ, ਰਮਿਆ ਹੋਇਆ ਸੀ। ਸੰਸਾਰ ਦੇ ਮੱਧ ਭਾਗ ਵਿੱਚ ਵੀ ਪੂਰਨ ਹੈ, ਤੇ ਜਦੋਂ ਸੰਸਾਰ ਦੀ ਹੋਂਦ ਨਹੀਂ ਹੋਵੇਗੀ ਸਾਧ ਸੰਗਤ ਜੀ, ਉਦੋਂ ਵੀ ਪ੍ਰਮਾਤਮਾ ਮੌਜੂਦ ਹੋਵੇਗਾ। ਤੋ ਵਾਹਿਗੁਰੂ ਬੜਾ ਬੇਅੰਤ ਹੈ, ਉਹਦਾ ਕੋਈ ਪਾਰਾਵਾਰ ਨਹੀਂ ਹੈ, ਉਹਦਾ ਕੋਈ ਅੰਤ ਨਹੀਂ ਹੈ। ਜੇ ਆਪਾਂ ਇਹ ਗੱਲ ਆਖੀਏ ਨਾ ਕਿ ਅਸੀਂ ਵਾਹਿਗੁਰੂ ਦਾ ਅੰਤ ਪਾ ਸਕਦੇ ਹਾਂ, ਸਤ ਸੰਗਤ, ਉਹਦਾ ਅੰਤ ਪਾਇਆ ਜਾ ਹੀ ਨਹੀਂ ਸਕਦਾ। ਉਹ ਬੇਅੰਤ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬੜੇ ਮਹਾਨ ਬਚਨ ਹਨ। ਆਪ ਜੀ ਕਹਿੰਦੇ ਹਨ ਕਿ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਵਾਹਿਗੁਰੂ ਦੀ ਬਖਸ਼ਿਸ਼, ਇੱਥੇ ਕਰਮ ਦਾ ਅਰਥ ਹੈ ਬਖਸ਼ਿਸ਼। ਵਾਹਿਗੁਰੂ ਦੀ ਬਖਸ਼ਿਸ਼ ਐਨੀ ਵੱਡੀ ਹੈ, ਉਹ ਲਿਖੀ ਨਹੀਂ ਜਾ ਸਕਦੀ। ਵੱਡਾ ਦਾਤਾ ਤਿਲ ਨਾ ਤਮਾਏ, ਉਹ ਐਨਾ ਵੱਡਾ ਦਾਤਾ ਹੈ, ਉਹ ਦੇ ਕੇ ਸਾਡੇ ਤੋਂ ਕੁਝ ਮੰਗਦਾ ਨਹੀਂ। ਦੇਖੋ ਆਪਾਂ ਦੁਨੀਆ ਵੱਲ ਵੇਖਦੇ ਹਾਂ, ਅਸੀਂ ਹਰ ਬੰਦੇ ਤੋਂ ਉਮੀਦ ਰੱਖਦੇ ਹਾਂ ਕਿ ਸਾਨੂੰ ਇਸ ਤੋਂ ਕੀ ਫਾਇਦਾ ਹੋਵੇਗਾ, ਸਾਨੂੰ ਫਲਾਣੇ ਬੰਦੇ ਤੋਂ ਕੀ ਲਾਭ ਹੋਵੇਗਾ, ਸਾਨੂੰ ਇਸ ਕੰਮ ਤੋਂ ਕੀ ਮਿਲੇਗਾ। ਅਸੀਂ ਮੋਲ ਭਾਵ ਹਰ ਚੀਜ਼ ਦੇ ਵਿੱਚ ਕਰਦੇ ਹਾਂ, ਭਾਵੇਂ ਉਹ ਵਸਤੂਆਂ ਦੇ ਵਿੱਚ ਹੋਵੇ ਜਾਂ ਆਮ ਕਰਕੇ ਸਾਡੇ ਰਿਸ਼ਤਿਆਂ ਦੇ ਵਿੱਚ ਹੋਣ। ਪਰ ਸਤ ਸੰਗਤ ਜੀ, ਵਾਹਿਗੁਰੂ ਦਾ ਸੁਭਾਅ ਦੇਖੋ, ਉਹ ਸਾਨੂੰ ਕਿੰਨੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜ਼ਦਾ ਹੈ, ਪਰ ਸਾਡੇ ਤੋਂ ਉਹਨਾਂ ਬਖਸ਼ਿਸ਼ਾਂ ਦੀ ਕੀਮਤ ਨਹੀਂ ਮੰਗਦਾ। ਸਾਨੂੰ ਵਾਹਿਗੁਰੂ ਨੇ ਸੁੰਦਰ ਸਰੀਰ ਦਿੱਤਾ, ਪਰ ਇਸ ਸਰੀਰ ਦੇ ਬਦਲੇ ਵਾਹਿਗੁਰੂ ਨੇ ਸਾਡੇ ਤੋਂ ਕੀਮਤ ਨਹੀਂ ਲਈ। ਜਰਾ ਜਿੰਨੀ ਵੀ ਕੀਮਤ ਸਾਡੇ ਤੋਂ ਨਹੀਂ ਮੰਗੀ। ਵੇਖਣ ਵਾਸਤੇ ਅੱਖਾਂ ਦਿੱਤੀਆਂ, ਸੁਣਨ ਵਾਸਤੇ ਕੰਨ ਦਿੱਤੇ, ਕੰਮਕਾਰ ਕਰਨ ਵਾਸਤੇ ਹੱਥ ਪੈਰ ਦਿੱਤੇ, ਬ੍ਰੇਨ ਹਾਰਟ ਦਿੱਤਾ, ਸਮਝ ਦਿੱਤੀ। ਇੱਥੋਂ ਤੱਕ ਉਹਨੇ ਕਿੰਨੇ ਚੰਗੇ ਸਾਨੂੰ ਮਾਤਾ ਪਿਤਾ ਦਿੱਤੇ, ਭੈਣ ਭਰਾ ਦਿੱਤੇ, ਪਤੀ ਪਤਨੀ ਦਿੱਤੇ, ਸਾਨੂੰ ਫਰੈਂਡਸ ਦਿੱਤੇ, ਮਿੱਤਰ ਦਿੱਤੇ, ਕਿੰਨੇ ਸੰਬੰਧ ਸਾਨੂੰ ਦਿੱਤੇ। ਔਰ ਇਹਨਾਂ ਦਾਤਾਂ ਦਾ ਅੰਤ ਪ੍ਰਮਾਤਮਾ ਦਾ ਨਹੀਂ ਪਾਇਆ ਜਾ ਸਕਦਾ। ਇਹਨਾਂ ਦਾਤਾਂ ਦਾ ਉਹਦਾ ਅੰਤ ਦੇ ਹੀ ਨਹੀਂ ਸਕਦੇ। ਇਹਨਾਂ ਦਾਤਾਂ ਦੇ ਬਦਲੇ ਸਤ ਸੰਗਤ ਜੀ, ਜੇ ਆਪਾਂ ਆਖੀਏ ਵਾਹਿਗੁਰੂ ਨੂੰ ਅਸੀਂ ਕੀਮਤ ਦੇ ਦਿਆਂਗੇ, ਇਹਨਾਂ ਦਾਤਾਂ ਦੇ ਬਦਲੇ ਕੀਮਤ ਨਹੀਂ ਦਿੱਤੀ ਜਾ ਸਕਦੀ। ਵੱਡਾ ਦਾਤਾ ਤਿਲ ਨਾ ਤਮਾਏ, ਉਹ ਇੰਨਾ ਵੱਡਾ ਦਾਤਾ ਹੈ, ਉਹ ਦੇ ਕੇ ਸਾਡੇ ਤੋਂ ਮੰਗਦਾ ਨਹੀਂ। ਉਹ ਤਾਂ ਸਾਨੂੰ ਦੇਈ ਜਾ ਰਿਹਾ, ਅਸੀਂ ਮੰਗੀ ਜਾ ਰਹੇ ਹਾਂ। ਅਸੀਂ ਰੋਜ਼ ਰੋਜ਼ ਸਵੇਰ ਤੋਂ ਲੈ ਕੇ ਰਾਤ, ਰਾਤ ਤੋਂ ਲੈ ਕੇ ਸਵੇਰ ਤੱਕ ਅਰਦਾਸਾਂ ਕਰਦੇ ਹਾਂ ਕਿ ਕਦੀ ਪ੍ਰਮਾਤਮਾ ਨੇ ਆਖਿਆ ਮੈਂ ਤੁਹਾਡੀ ਇਹ ਅਰਦਾਸ, ਤੁਹਾਡੀ ਇਹ ਬੇਨਤੀ ਪ੍ਰਵਾਨ ਨਹੀਂ ਕਰਨੀ।
ਜਿੰਨੀ ਭਾਵਨਾ ਦੇ ਨਾਲ ਪ੍ਰਮਾਤਮਾ ਤੋਂ ਮੰਗਦੇ ਹਾਂ ਉਸ ਤੋਂ ਵੱਧ ਪ੍ਰਮਾਤਮਾ ਸਾਨੂੰ ਦਿੰਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਵਾਹਿਗੁਰੂ ਤਾਂ ਬੜਾ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਹੈ। ਉਹ ਸਰਗੁਣ ਰੂਪ ਦੇ ਵਿੱਚ ਵੀ ਹੈ, ਉਹ ਨਿਰਗੁਣ ਰੂਪ ਦੇ ਵਿੱਚ ਵੀ। ਸਾਨੂੰ ਸਰਗੁਣ ਔਰ ਨਿਰਗੁਣ ਨੂੰ ਇਸ ਤਰ੍ਹਾਂ ਸਮਝਣਾ ਪਏਗਾ, ਜਿਸ ਤਰ੍ਹਾਂ ਆਪਾਂ ਇੱਕ ਫੁੱਲ ਨੂੰ ਵੇਖਦੇ ਹਾਂ, ਫੁੱਲ ਕਿੰਨਾ ਸੁੰਦਰ ਹੁੰਦਾ ਹੈ, ਕਿੰਨਾ ਖੂਬਸੂਰਤ ਹੁੰਦਾ ਹੈ, ਫੁੱਲ ਵਿੱਚ ਕਿੰਨੀ ਸੋਹਣੀ ਸੁਗੰਧੀ ਹੁੰਦੀ ਹੈ। ਫੁੱਲ ਦਾ ਜੋ ਬਾਹਰੀ ਰੂਪ ਹੈ, ਸਤ ਸੰਗਤ ਜੀ, ਜੋ ਸੁੰਦਰਤਾ ਹੈ, ਜੋ ਉਹਦਾ ਸੁਹੱਪਣ ਹੈ, ਸਤ ਸੰਗਤ ਜੀ, ਉਹ ਸਰਗੁਣ ਹੈ। ਪਰ ਉਹਦੇ ਵਿੱਚ ਜਿਹੜੀ ਸੁਗੰਧੀ ਹੈ, ਉਹਦੇ ਵਿੱਚ ਜੋ ਜੀਵਨ ਹੈ, ਉਹ ਨਿਰਗੁਣ ਰੂਪ ਹੈ। ਸਾਡਾ ਜੋ ਮਨੁੱਖਾ ਸਰੀਰ ਹੈ, ਜੋ ਸਾਡੀ ਬਾਹਰੀ ਬਾਡੀ ਹੈ, ਇਹ ਸਰਗੁਣ ਰੂਪ ਦਿਸਣ ਦੇ ਵਿੱਚ ਹੈ, ਪਰ ਜੋ ਅੰਦਰ ਜੀਵ ਆਤਮਾ ਹੈ, ਉਹ ਸਤ ਸੰਗਤ ਜੀ ਨਿਰਗੁਣ ਰੂਪ ਦੇ ਵਿੱਚ ਹੈ। ਇਸ ਵਾਸਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਪ੍ਰਮਾਤਮਾ ਸਰਗੁਣ ਰੂਪ ਵਿੱਚ ਵੀ ਤੇ ਨਿਰਗੁਣ ਰੂਪ ਦੇ ਵਿੱਚ ਵੀ, ਭਾਵ ਦੋਨਾਂ ਰੂਪਾਂ ਦੇ ਵਿੱਚ ਪ੍ਰਮਾਤਮਾ ਮੌਜੂਦ ਹੈ। ਉਹ ਨਾ ਘਾਟ ਹੈ, ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਭਾਵ ਪ੍ਰਮਾਤਮਾ ਵੱਧ ਘੱਟ ਨਹੀਂ, ਉਹ ਤਾਂ ਆਪ ਹੀ ਸਭ ਕੁਝ ਹੈ, ਆਪ ਹੀ ਸਭ ਕੁਝ ਕਰਨ ਵਾਲਾ ਹੈ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ। ਅੱਗੇ ਅਸ਼ਟਪਦੀ ਵਿੱਚ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਹਨ, ਜਬ ਆਕਾਰ ਏ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਤੇ ਹੋਤਾ। ਸਤਿਗੁਰੂ ਜੀ ਨੇ ਇੱਥੇ ਪ੍ਰਮਾਤਮਾ ਦੇ ਸਰਗੁਣ ਔਰ ਨਿਰਗੁਣ ਰੂਪ ਦੀ ਗੱਲ ਕੀਤੀ ਹੈ। ਮਹਾਰਾਜ ਜੀ ਕਹਿੰਦੇ ਨੇ, ਜਬ ਆਕਾਰ, ਆਕਾਰ ਦਾ ਅਰਥ ਹੁੰਦਾ ਹੈ ਸ਼ਕਲ, ਸੂਰਤ, ਸਵਰੂਪ। ਇਹ ਕਛ ਨਾ ਦ੍ਰਿਸ਼ਟੇਤਾ, ਜਦੋਂ ਸੰਸਾਰ ਦੇ ਜੀਵਾਂ ਦਾ, ਇਸ ਜਗਤ ਦਾ ਕੋਈ ਰੂਪ ਸ਼ਕਲ ਨਹੀਂ ਸੀ, ਪਾਪ ਪੁੰਨ ਤਬ ਕਹਤੇ ਹੋਤਾ। ਫਿਰ ਦੱਸੋ, ਪਾਪ ਜਾਂ ਪੁੰਨ ਕਿਸ ਜੀਵ ਤੋਂ ਹੋ ਸਕਦੇ ਸਨ? ਉਦੋਂ ਤਾਂ ਕੇਵਲ ਕੋਈ ਜੀਵ ਨਹੀਂ, ਕੇਵਲ ਉਦੋਂ ਪ੍ਰਮਾਤਮਾ ਸੀ, ਜਦੋਂ ਸੰਸਾਰ ਬਣਿਆ ਨਹੀਂ ਸੀ, ਜਦੋਂ ਸੰਸਾਰ ਦਾ ਕੋਈ ਰੂਪ ਨਹੀਂ ਸੀ, ਜਦੋਂ ਦੁਨੀਆ ਹੋਂਦ ਦੇ ਵਿੱਚ ਨਹੀਂ ਆਈ, ਉਦੋਂ ਪਾਪ ਕਰਨ ਵਾਲਾ, ਪੁੰਨ ਕਰਨ ਵਾਲਾ ਕਿਹੜਾ ਜੀਵ ਸੀ? ਭਾਵ ਕੋਈ ਨਹੀਂ। ਜਬ ਧਾਰੀ ਆਪਨ ਸੁਨ ਸਮਾਦ, ਤਬ ਬੈਰ ਵਿਰੋਧ ਕਿਸ ਸੰਗ ਕਮਾਦ। ਜਦੋਂ ਪ੍ਰਭੂ ਨੇ ਆਪ ਅਫੁਰ ਅਵਸਥਾ ਵਾਲੀ ਸਮਾਧੀ ਲਾਈ ਹੋਈ, ਭਾਵ ਜਦੋਂ ਆਪਣੇ ਆਪ ਵਿੱਚ ਪ੍ਰਮਾਤਮਾ ਮਸਤ ਸੀ, ਤਬ ਬੈਰ ਵਿਰੋਧ ਕਿਸ ਸੰਗ ਕਮਾਦ। ਫਿਰ ਕਿਸ ਨੇ ਕਿਸੇ ਨਾਲ ਵੈਰ ਵਿਰੋਧ ਕਮਾਉਣਾ? ਭਾਵ ਵੈਰ ਵਿਰੋਧ ਕਰਨ ਵਾਲਾ ਕੋਈ ਸੀ ਨਹੀਂ। ਕਿਸ ਨਾਲ ਵੈਰ ਵਿਰੋਧ ਹੁੰਦਾ? ਉਦੋਂ ਤਾਂ ਕੋਈ ਸ੍ਰਿਸ਼ਟੀ ਬਣੀ ਹੀ ਨਹੀਂ ਸੀ, ਨਾ ਕੋਈ ਜੀਵ ਬਣਿਆ, ਨਾ ਕੋਈ ਰੂਪ, ਨਾ ਕੋਈ ਧਰਮ, ਨਾ ਕੋਈ ਜਾਤ, ਕੋਈ ਵੀ ਚੀਜ਼ ਨਹੀਂ ਬਣੀ। ਉਦੋਂ ਕੇਵਲ ਤੇ ਕੇਵਲ ਵਾਹਿਗੁਰੂ ਸੀ। ਨਾ ਉਹਦੇ ਵਿੱਚ ਵੈਰ, ਨਾ ਉਹਦੇ ਵਿੱਚ ਵਿਰੋਧ, ਨਾ ਉਹਦੇ ਵਿੱਚ ਪਾਪ, ਨਾ ਉਹਦੇ ਵਿੱਚ ਪੁੰਨ ਹੈ। ਅਗਲੀਆਂ ਪੰਕਤੀਆਂ ਹਨ, ਜਬ ਇਸ ਕਾ ਬਰਨ ਚਿਹਨ ਨਾ ਜਾਪਤ, ਤਬ ਹਰਖ ਸੋਗ ਕਹੋ ਕਿਸੈ ਵਿਆਪਤ। ਜਦੋਂ ਇਸ ਜਗਤ ਦਾ ਕੋਈ ਰੰਗ ਰੂਪ ਨਹੀਂ ਸੀ ਦਿਸਦਾ, ਜਬ ਇਸ ਕਾ ਬਰਨ, ਬਰਨ ਮੀਨਸ ਰੰਗ, ਤੇ ਚਿਹਨ ਮੀਨਸ ਨਿਸ਼ਾਨੀਆਂ। ਜਦੋਂ ਸੰਸਾਰ ਦਾ ਕੋਈ ਰੂਪ ਰੰਗ ਨਹੀਂ ਸੀ ਦਿਸਦਾ, ਤਬ ਹਰਖ ਸ਼ੋਕ ਕੋ ਕਿਸੈ ਵਿਆਪਤ। ਹਰਖ ਮੀਨਸ ਖੁਸ਼ੀ, ਸੋਗ ਮੀਨਸ ਗਮੀ, ਚਿੰਤਾ। ਸਤਿਗੁਰੂ ਜੀ ਕਹਿੰਦੇ ਹਨ, ਦੱਸੋ ਫਿਰ ਖੁਸ਼ੀ ਜਾਂ ਚਿੰਤਾ ਕਿਸ ਨੂੰ ਸੀ?
ਭਾਵ ਜਦੋਂ ਪ੍ਰਮਾਤਮਾ ਆਪ ਹੀ ਆਪ ਸੀ, ਉਦੋਂ ਨਾ ਖੁਸ਼ੀ, ਨਾ ਗਮੀ, ਨਾ ਡਰ, ਨਾ ਚਿੰਤਾ, ਨਾ ਪਾਪ, ਨਾ ਪੁੰਨ, ਨਾ ਵੈਰ, ਨਾ ਵਿਰੋਧ ਸੀ। ਉਹਦਾ ਤਾਂ ਵਿਰੋਧ ਕਿਸੇ ਨਾਲ ਹੈ ਹੀ ਨਹੀਂ। ਨਾ ਪ੍ਰਮਾਤਮਾ ਦੇ ਵਿੱਚ ਵੈਰ ਵਿਰੋਧ ਹੈ, ਨਾ ਉਹਦੇ ਵਿੱਚ ਪਾਪ ਪੁੰਨ ਹੈ। ਉਹ ਤਾਂ ਨਿਰਗੁਣ ਰੂਪ ਦੇ ਵਿੱਚ ਵਿਆਪਕ ਹੈ। ਤਬ ਹਰਖ ਸ਼ੋਗ ਕਹੋ ਕਿਸੈ ਵਿਆਪਤ। ਸਤਿਗੁਰੂ ਜੀ ਫਰਮਾਨ ਕਰਦੇ ਹਨ, ਦੱਸੋ ਫਿਰ ਖੁਸ਼ੀ ਜਾਂ ਚਿੰਤਾ ਕਿਸ ਨੂੰ ਹੋ ਸਕਦੇ ਸਨ, ਕਿਉਂਕਿ ਉਦੋਂ ਤਾਂ ਸੰਸਾਰ ਬਣਿਆ ਹੀ ਨਹੀਂ, ਉਹ ਤਾਂ ਨਿਰਗੁਣ ਰੂਪ ਦੇ ਵਿੱਚ ਪ੍ਰਮਾਤਮਾ ਹੀ ਸੀ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਜਬ ਆਪਨ ਆਪ ਆਪ ਪਾਰ ਬ੍ਰਹਮ। ਜਦੋਂ ਅਕਾਲ ਪੁਰਖ ਕੇਵਲ ਆਪ ਹੀ ਆਪ ਸੀ, ਉਸ ਤੋਂ ਇਲਾਵਾ ਹੋਰ ਕੋਈ ਨਹੀਂ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਸਭ ਕੁਝ ਪ੍ਰਮਾਤਮਾ ਆਪ ਹੀ ਹੈ। ਉਹ ਆਪ ਹੀ ਸਭ ਨੂੰ ਚਲਾਉਣ ਵਾਲਾ ਹੈ। ਉਹਦਾ ਹੁਕਮ ਹੀ ਸਾਰਿਆਂ ਤੇ ਲਾਗੂ ਹੁੰਦਾ ਹੈ। ਉਹ ਆਪ ਹੀ ਸਾਰੇ ਨਿਜ਼ਾਮ ਨੂੰ ਚਲਾਉਣ ਵਾਲਾ ਹੈ। ਉਹ ਸਭ ਕੁਝ ਆਪ ਹੀ ਹੈ। ਉਸ ਤੋਂ ਇਲਾਵਾ ਕੋਈ ਜੀਵ, ਕੋਈ ਰਾਜਾ, ਕੋਈ ਮਨੁੱਖ ਸੰਸਾਰ ਨੂੰ ਚਲਾਉਣ ਵਾਲਾ ਨਹੀਂ ਹੈ। ਸਤ ਸੰਗਤ ਜੀ, ਆਪਾਂ ਜਿਤਨਾ ਵੀ ਨਿਜ਼ਾਮ ਦੇਖ ਰਹੇ ਹਾਂ, ਇਹ ਸਭ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਬਚਨ ਹਨ, ਜਬ ਉਦ ਕਰਖ ਕਰਾ ਕਰ ਤਾਰਾ, ਪ੍ਰਜਾ ਤਰਤ ਤਬ ਦੇ ਅਪਾਰਾ। ਜਬ ਆ ਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇਹ ਤਰ ਸਭ। ਸਤਿਗੁਰੂ ਜੀ ਕਹਿੰਦੇ ਹਨ ਕਿ ਸਭ ਕੁਝ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਜ਼ਿੰਦਗੀ ਦੇਣੀ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਹੈ, ਤੇ ਜ਼ਿੰਦਗੀ ਲੈਣੀ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਹੈ। ਸੁੱਖ ਮਿਲਣਾ ਵੀ ਵਾਹਿਗੁਰੂ ਦੇ ਹੁਕਮ ਵਿੱਚ ਹੈ, ਔਰ ਦੁੱਖ ਦਾ ਮਿਲਣਾ ਵੀ ਪ੍ਰਮਾਤਮਾ ਦੇ ਹੁਕਮ ਵਿੱਚ। ਦਿਨ ਵੀ, ਰਾਤ ਵੀ, ਜ਼ਿੰਦਗੀ ਵੀ, ਮੌਤ ਵੀ, ਖੁਸ਼ੀ ਵੀ, ਗਮੀ ਵੀ, ਇਹ ਸਭ ਕੁਝ ਪ੍ਰਮਾਤਮਾ ਦੇ ਹੁਕਮ ਵਿੱਚ ਹੈ। ਤੋ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਵਾਹਿਗੁਰੂ ਆਪ ਹੀ ਹੈ, ਉਹਦੇ ਇਲਾਵਾ ਸੰਸਾਰ ਦੇ ਵਿੱਚ ਹੋਰ ਕੋਈ ਨਹੀਂ। ਤਬ ਮੋਹ ਕਹਾ ਕਿ ਸਹੋਵਤ ਪਰ। ਜਦੋਂ ਪ੍ਰਮਾਤਮਾ ਆਪ ਹੀ ਆਪ ਸੀ, ਫਿਰ ਮੋਹ ਤੇ ਭਰਮ ਭੁਲੇਖੇ ਕਿਸ ਨੂੰ ਹੋ ਸਕਦੇ ਸਨ। ਵਾਹਿਗੁਰੂ ਨੂੰ ਤਾਂ ਕਿਸੇ ਵਸਤੂ ਦਾ ਮੋਹ ਹੀ ਨਹੀਂ, ਨਾ ਉਹਦੇ ਵਿੱਚ ਕੋਈ ਭਰਮ ਭੁਲੇਖਾ ਹੈ, ਨਾ ਉਹਦੇ ਵਿੱਚ ਕੋਈ ਕਮੀ ਹੈ, ਨਾ ਉਹਦੇ ਵਿੱਚ ਪਾਪ ਹੈ, ਨਾ ਪੁੰਨ ਹੈ, ਨਾ ਵੈਰ, ਨਾ ਵਿਰੋਧ। ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਹਨ, ਆਪਨ ਖੇਲ ਆਪ ਵਰਤੀਜਾ, ਨਾਨਕ ਕਰਨੈ ਹਾਰ ਨਾ ਦੂਜਾ। ਆਪਨ ਖੇਲ, ਖੇਲ ਦਾ ਅਰਥ ਹੈ ਖੇਡ। ਸੰਸਾਰ ਦੀ ਇਹ ਸਾਰੀ ਖੇਡ ਪ੍ਰਮਾਤਮਾ ਨੇ ਆਪ ਬਣਾਈ ਹੈ। ਜਿਸ ਤਰ੍ਹਾਂ ਸਤ ਸੰਗਤ ਜੀ ਬਾਜ਼ਾਰਾਂ ਦੇ ਵਿੱਚ, ਮੇਲਿਆਂ ਦੇ ਵਿੱਚ ਪੁਰਾਣੇ ਬਜ਼ੁਰਗਾਂ ਨੇ ਉਹ ਸਮਾਂ ਦੇਖਿਆ ਜਦੋਂ ਮੇਲਿਆਂ ਦੇ ਵਿੱਚ ਬਾਜੀਗਰ ਲੱਕੜ ਦੀਆਂ, ਪਲਾਸਟਿਕ ਦੀਆਂ ਕਠਪੁਤਲੀਆਂ ਨੂੰ ਨਚਾਉਂਦਾ ਸੀ ਆਪਣੇ ਹੱਥਾਂ ਦੇ ਇਸ਼ਾਰਿਆਂ ਤੇ। ਜਿਸ ਤਰ੍ਹਾਂ ਇਸ਼ਾਰਾ ਕਰਦਾ, ਉਹ ਕਠਪੁਤਲੀਆਂ ਉਸੇ ਤਰ੍ਹਾਂ ਨੱਚਣ ਲੱਗ ਪੈਂਦੀਆਂ ਸਨ। ਉਹਨਾਂ ਕਠਪੁਤਲੀਆਂ ਦੇ ਵਿੱਚ ਆਪਣੀ ਕੋਈ ਜਾਨ, ਕੋਈ ਤਾਕਤ ਨਹੀਂ ਸੀ ਕਿ ਉਹ ਨੱਚ ਸਕਣ, ਪਰ ਉਹਨਾਂ ਨੂੰ ਨਚਾਉਣ ਵਾਲਾ ਬਾਜੀਗਰ ਸੀ। ਗੁਰਬਾਣੀ ਦਾ ਬਚਨ ਹੈ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਪੇਖ ਦਿਖਲਾਈ। ਉਸੇ ਤਰ੍ਹਾਂ ਇਹ ਸੰਸਾਰ ਦੀ ਸਾਰੀ ਖੇਡ ਨੂੰ ਚਲਾਉਣ ਵਾਲਾ, ਖੇਡਣ ਵਾਲਾ ਪ੍ਰਮਾਤਮਾ ਹੈ, ਤੇ ਸਾਰੇ ਜੀਵ ਉਹਦੀ ਬਣਾਈ ਹੋਈ ਖੇਡ ਦੇ ਵਿੱਚ ਖੇਡ ਰਹੇ ਹਨ। ਕੋਈ ਜੰਮ ਰਿਹਾ, ਕੋਈ ਸੰਸਾਰ ਤੋਂ ਜਾ ਰਿਹਾ, ਕਿਸੇ ਨੂੰ ਸੁੱਖ ਮਿਲ ਰਿਹਾ, ਕਿਸੇ ਨੂੰ ਦੁੱਖ ਮਿਲ ਰਿਹਾ, ਕਿਸੇ ਦੇ ਮਨ ਵਿੱਚ ਚਿੰਤਾ ਹੈ, ਕਿਸੇ ਦੇ ਮਨ ਵਿੱਚ ਖੁਸ਼ੀ ਹੈ। ਕੋਈ
ਸੋਹਣੇ ਘਰ ਨੂੰ ਪ੍ਰਾਪਤ ਕਰਕੇ ਖੁਸ਼ੀ ਦੇ ਨਾਲ, ਆਨੰਦ ਦੇ ਨਾਲ ਘਰ ਵਿੱਚ ਬੈਠਾ ਹੈ, ਪਰ ਕਿਸੇ ਨੂੰ ਘਰ ਤਾਂ ਨਸੀਬ ਹੈ, ਸਿਰ ਉੱਪਰ ਛੱਤ ਤਾਂ ਹੈ, ਪਰ ਘਰ ਦੇ ਵਿੱਚ ਵੀ ਅਨੇਕਾਂ ਚਿੰਤਾਵਾਂ ਹਨ। ਇਹ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਸਾਰੀ ਖੇਡ ਪ੍ਰਮਾਤਮਾ ਦੀ ਬਣਾਈ ਹੋਈ, ਇਹ ਵਾਹਿਗੁਰੂ ਦੀ ਹੀ ਅਚਰਜਤਾ ਹੈ। ਨਾਨਕ ਕਰਨਾ ਹਾਰ ਨਾ ਦੂਜਾ, ਹੇ ਨਾਨਕ, ਉਸ ਤੋਂ ਬਿਨਾਂ ਇਸ ਖੇਡ ਦਾ ਬਣਾਉਣ ਵਾਲਾ ਕੋਈ ਹੋਰ ਨਹੀਂ ਹੈ। ਉਹ ਵਾਹਿਗੁਰੂ ਆਪ ਹੀ ਨਿਰਗੁਣ ਰੂਪ ਦੇ ਵਿੱਚ ਬੈਠ ਕੇ ਇਸ ਸਾਰੀ ਖੇਡ ਨੂੰ ਚਲਾ ਰਿਹਾ, ਸਾਰੇ ਜੀਵਾਂ ਨੂੰ ਚਲਾ ਰਿਹਾ, ਸਾਰੀ ਸੰਸਾਰ ਨੂੰ, ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਦੇ ਨਾਲ ਚਲਾ ਰਿਹਾ ਹੈ। ਦੂਸਰੇ ਪਦੇ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੋ ਕਿਸ ਕੋ ਗਨੀ। ਜਦੋਂ ਮਾਲਕ ਪ੍ਰਭੂ ਆਪ ਹੀ ਆਪ ਸੀ, ਜਬ ਹੋਵਤ ਪ੍ਰਭ ਕੇਵਲ ਧਨੀ, ਧਨੀ ਮੀਨਸ ਮਾਲਕ, ਜਦੋਂ ਪ੍ਰਮਾਤਮਾ ਆਪ ਹੀ ਮਾਲਕ ਸੀ, ਆਪ ਹੀ ਸੀ, ਸਤਿਗੁਰੂ ਜੀ ਕਹਿੰਦੇ ਨੇ ਦੱਸੋ ਕਿਸ ਨੂੰ ਬੰਧਨਾਂ ਵਿੱਚ ਫਸਿਆ ਹੋਇਆ ਤੇ ਕਿਸ ਨੂੰ ਮੁਕਤ ਸਮਝਿਆ ਜਾਏ। ਭਾਵ ਕੌਣ ਬੰਧਨਾਂ ਦੇ ਵਿੱਚ ਸੀ ਤੇ ਕੌਣ ਬੰਧਨਾਂ ਤੋਂ ਮੁਕਤ ਸੀ। ਹੁਣ ਵਾਹਿਗੁਰੂ ਤਾਂ ਕਿਸੇ ਬੰਧਨ ਦੇ ਵਿੱਚ ਫਸਣ ਵਾਲਾ ਨਹੀਂ ਹੈ, ਉਹ ਕਿਸੇ ਬੰਧਨ ਦੇ ਵਿੱਚ ਨਹੀਂ ਆਉਂਦਾ, ਉਹਦੇ ਉੱਤੇ ਕੋਈ ਬੰਧਨ ਲਾਗੂ ਨਹੀਂ ਹੁੰਦਾ, ਉਹ ਆਜ਼ਾਦ ਹੈ। ਸੰਸਾਰ ਦੇ ਸਾਧ ਸੰਗਤ ਜਿਤਨੇ ਵੀ ਜੀਵ ਹਨ, ਸਾਰੇ ਜੀਵ ਕੋਈ ਨਾ ਕੋਈ ਬੰਧਨ ਦੇ ਵਿੱਚ ਫਸਿਆ। ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਅਰ ਨਾਰ, ਬੰਧਨ ਕਰਮ ਧਰਮ ਹੋ ਕੀਆ। ਗੁਰਬਾਣੀ ਦੇ ਅਨੇਕਾਂ ਸ਼ਬਦ ਹਨ, ਅਨੇਕਾਂ ਤਰ੍ਹਾਂ ਦੇ ਬੰਧਨ ਹਨ। ਵੈਸੇ ਵਿਦਵਾਨਾਂ ਨੇ 8 ਪ੍ਰਕਾਰ ਦੇ ਬੰਧਨ ਲਿਖੇ ਹਨ। ਸਤਿਗੁਰੂ ਜੀ ਕਹਿੰਦੇ ਹਨ, ਜਦੋਂ ਸੰਸਾਰ ਦੀ ਹੋਂਦ ਹੀ ਨਹੀਂ ਸੀ, ਜਦੋਂ ਜੀਵ ਹੀ ਨਹੀਂ ਸਨ, ਫਿਰ ਬੰਧਨ ਕਿਸ ਨੂੰ, ਤੇ ਫਿਰ ਉਹਨਾਂ ਬੰਧਨਾਂ ਤੋਂ ਮੁਕਤ ਵੀ ਕੌਣ। ਵਾਹਿਗੁਰੂ ਤਾਂ ਬੰਧਨਾਂ ਤੋਂ ਨਿਆਰਾ ਹੈ, ਉਹਦੇ ਉੱਤੇ ਕੋਈ ਬੰਧਨ ਲਾਗੂ ਨਹੀਂ ਹੁੰਦਾ। ਅਗਲੀਆਂ ਪੰਕਤੀਆਂ ਹਨ, ਜਬ ਏਕੈ ਹਰ ਅਗਮ ਅਪਾਰ, ਤਬ ਨਰਕ ਸੁਰਗ ਕਹੋ ਕੌਣ ਅਵਤਾਰ। ਸਤਿਗੁਰੂ ਜੀ ਸਮਝਾਉਂਦੇ ਹਨ, ਜਬ ਏਕੈ ਹਰ ਅਗਮ ਅਪਾਰ, ਅਗਮ ਦਾ ਅਰਥ ਹੁੰਦਾ ਹੈ ਜਿਸ ਤੱਕ ਪਹੁੰਚ ਨਾ ਹੋ ਸਕੇ, ਤੇ ਅਪਾਰ ਦਾ ਅਰਥ ਹੁੰਦਾ ਹੈ ਜਿਹਦਾ ਕੋਈ ਪਾਰਾਵਾਰ ਨਹੀਂ, ਜੋ ਬੇਅੰਤ ਹੈ। ਜਬ ਏਕੈ ਹਰ ਅਗਮ ਅਪਾਰ, ਸਤਿਗੁਰੂ ਜੀ ਕਹਿੰਦੇ ਨੇ ਜਦੋਂ ਅਗਮ ਤੇ ਬੇਅੰਤ ਪ੍ਰਭੂ ਇੱਕ ਆਪ ਹੀ ਸੀ। ਸਤ ਸੰਗਤ ਜੀ, ਗੁਰਬਾਣੀ ਨੇ ਪਰਮਾਤਮਾ ਦੀ ਅਚਰਜਤਾ ਦੇ ਅਨੇਕਾਂ ਸ਼ਬਦ ਹਨ ਸਾਡੇ ਸਾਹਮਣੇ ਰੱਖੇ ਹਨ ਕਿ ਪ੍ਰਮਾਤਮਾ ਬੇਅੰਤ ਹੈ, ਉਹਦਾ ਕੋਈ ਪਾਰਾਵਾਰ, ਕੋਈ ਉਹਦਾ ਅੰਤ ਨਹੀਂ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮਨ, ਉਹਦਾ ਕੋਈ ਅੰਤ ਹੀ ਨਹੀਂ। ਜਬ ਇੱਕ ਹੈ ਹਰ ਅਗਮ ਅਪਾਰ, ਜਦੋਂ ਅਗਮ ਬੇਅੰਤ ਪ੍ਰਭੂ ਇੱਕ ਆਪ ਹੀ ਸੀ, ਤਬ ਨਰਕ ਸੁਰਗ ਕਹੋ ਕੌਣ ਅਵਤਾਰ। ਸਤਿਗੁਰੂ ਜੀ ਕਹਿੰਦੇ ਨੇ ਦੱਸੋ ਫਿਰ ਨਰਕਾਂ ਤੇ ਸੁਰਗਾਂ ਦੇ ਵਿੱਚ ਆਉਣ ਵਾਲੇ ਕਿਹੜੇ ਜੀਵ ਸਨ। ਕਿਉਂਕਿ ਵਾਹਿਗੁਰੂ ਜੀ ਤਾਂ ਸਵਰਗਾਂ ਵਿੱਚ ਨਰਕਾਂ ਦੇ ਵਿੱਚ ਤਾਂ ਜਾਣ ਵਾਲੇ ਨਹੀਂ। ਨਰਕਾਂ ਸਵਰਗਾਂ ਦੇ ਵਿੱਚ ਤਾਂ ਸਾਡੇ ਵਰਗੇ ਜੀਵ 84 ਲੱਖ ਜੀਵ ਨਰਕਾਂ ਔਰ ਸਵਰਗਾਂ ਦੀ ਸੈਰ ਕਰਦੇ ਹਨ, ਪਰ ਪ੍ਰਮਾਤਮਾ ਕਿਸੇ ਨਰਕ ਵਿੱਚ ਜਾਂ ਸਵਰਗ ਵਿੱਚ ਨਹੀਂ ਪੈਂਦਾ। ਗੁਰਬਾਣੀ ਨੇ ਤਾਂ ਇੱਥੋਂ ਤੱਕ ਆਖਿਆ, ਸੋ ਮੁਖ ਜਲੋ ਜਿਤ ਕਹਿ ਠਾਕੁਰ ਜੋਨੀ। ਉਹ ਮੁਖ ਜਲ ਜਾਏ ਜੋ ਪ੍ਰਮਾਤਮਾ ਨੂੰ ਇਹ ਗੱਲ ਆਖਦਾ ਹੈ ਕਿ ਪ੍ਰਮਾਤਮਾ ਵੀ ਜੋਨਾਂ ਦੇ ਵਿੱਚ ਆਉਂਦਾ ਹੈ। ਇਸ ਵਾਸਤੇ ਜਦੋਂ ਸ੍ਰਿਸ਼ਟੀ ਦੀ ਹੋਂਦ ਨਹੀਂ ਸੀ, ਉਦੋਂ ਪ੍ਰਮਾਤਮਾ ਨਿਰਗੁਣ ਸਰਗੁਣ ਰੂਪ ਦੇ ਵਿੱਚ, ਸਤਿਗੁਰੂ ਜੀ ਕਹਿੰਦੇ ਨੇ ਨਾ ਉਦੋਂ ਸ੍ਰਿਸ਼ਟੀ ਦੀ ਹੋਂਦ, ਨਾ ਸੰਸਾਰ ਦੇ ਜੀਵ, ਨਾ ਉਦੋਂ ਪਾਪ, ਨਾ ਪੁੰਨ, ਨਾ ਖੁਸ਼ੀ, ਨਾ ਗਮੀ, ਨਾ ਹਰਖ, ਨਾ ਸ਼ੋਕ,
ਤੇ ਨਾ ਹੀ ਉਦੋਂ ਨਰਕ ਤੇ ਸੁਰਗ ਸਨ। ਭਾਵ ਇਹਨਾਂ ਵਿੱਚ ਆਉਣ ਵਾਲੇ ਕਿਹੜੇ ਜੀਵ ਸਨ? ਕੋਈ ਨਹੀਂ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸਿਵ ਸ਼ਕਤ ਕਹੋ ਕਿਤ ਠਾਏ। ਦੱਸੋ, ਜਦੋਂ ਸੁੱਤੇ ਹੀ ਪ੍ਰਭੂ ਤ੍ਰਿਗੁਣੀ ਮਾਇਆ ਤੋਂ ਪਰੇ ਸੀ। ਮਾਇਆ ਦੇ 3 ਗੁਣ ਹਨ, ਰਜੋ, ਤਮੋ, ਸਤੋ। ਸੰਸਕ੍ਰਿਤ ਦੇ ਵਿੱਚ ਆਖਿਆ ਜਾਂਦਾ ਹੈ ਰਾਜਸੀ, ਤਾਮਸੀ ਔਰ ਸਾਤਵਿਕ। ਇਹ ਮਾਇਆ ਦੇ ਸਾਧ ਸੰਗਤ ਜੀ 3 ਗੁਣ ਹਨ। ਸਤਿਗੁਰੂ ਜੀ ਕਹਿੰਦੇ ਹਨ, ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਜਦੋਂ ਪ੍ਰਮਾਤਮਾ ਮਾਇਆ ਤੋਂ ਪਰੇ ਸੀ, ਭਾਵ ਜਦੋਂ ਉਸਨੇ ਮਾਇਆ ਰਚੀ ਹੀ ਨਹੀਂ ਸੀ, ਤਬ ਸਿਵ ਸ਼ਕਤ ਕਹੋ ਕਿਤ ਠਾਏ। ਇੱਥੇ ਸ਼ਿਵ ਦਾ ਅਰਥ ਹੈ ਜੀਵ ਆਤਮਾ। ਤਦੋਂ ਦੱਸੋ ਕਿੱਥੇ ਸਨ ਜੀਵ ਤੇ ਕਿੱਥੇ ਸੀ ਫਿਰ ਮਾਇਆ? ਜਦੋਂ ਪ੍ਰਮਾਤਮਾ ਮਾਇਆ ਤੋਂ ਪਰੇ ਸੀ, ਫਿਰ ਇਹ ਮਾਇਆ ਵਿੱਚ ਫਸਣ ਵਾਲੇ ਜੀਵ ਕਿੱਥੇ ਸਨ? ਮਾਇਆ ਕਿੱਥੇ ਸੀ ਤੇ ਜੀਵ ਆਤਮਾ ਕਿੱਥੇ ਸਨ? ਸਤਿਗੁਰੂ ਜੀ ਅਗਲੀਆਂ ਪੰਕਤੀਆਂ ਵਿੱਚ ਕਿਰਪਾ ਕਰਦੇ ਹਨ, ਜਬ ਆਪਹਿ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ। ਜਦੋਂ ਪ੍ਰਭੂ ਆਪ ਹੀ ਆਪਣੀ ਜੋਤ ਜਗਾ ਕੇ ਬੈਠਾ ਸੀ, ਜਦੋਂ ਪ੍ਰਮਾਤਮਾ ਆਪ ਹੀ ਸੀ, ਆਪਣੇ ਆਪ ਨੂੰ ਪ੍ਰਮਾਤਮਾ ਨੇ ਬਣਾਇਆ, ਪ੍ਰਗਟ ਕੀਤਾ, ਆਪਨ ਤਬ ਕਵਨ ਨਿਡਰ ਕਵਨ ਕਤ ਡਰੈ। ਸਤਿਗੁਰੂ ਜੀ ਕਹਿੰਦੇ ਹਨ, ਜਬ ਆਪਹਿ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ। ਤਦੋਂ ਫਿਰ ਕੌਣ ਨਿਡਰ ਸੀ, ਡਰ ਰਹਿਤ ਸੀ, ਤੇ ਕੌਣ ਕਿਸੇ ਤੋਂ ਡਰਦਾ ਸੀ? ਭਾਵ ਨਾ ਉਦੋਂ ਡਰ ਸੀ ਤੇ ਨਾ ਹੀ ਉਸ ਸਮੇਂ ਕੋਈ ਡਰ ਸੀ ਤੇ ਨਾ ਹੀ ਕੋਈ ਨਿਡਰ ਸੀ। ਉਦੋਂ ਕੇਵਲ ਪ੍ਰਮਾਤਮਾ ਆਪ ਹੀ ਸੀ। ਆਪਨ ਚਲਤ ਆਪ ਕਰਨੈ ਹਾਰ, ਨਾਨਕ ਠਾਕੁਰ ਅਗਮ ਅਪਾਰ। ਸਤਿਗੁਰੂ ਜੀ ਫੁਰਮਾਨ ਕਰਦੇ ਹਨ, ਆਪਣੇ ਤਮਾਸ਼ੇ ਆਪ ਹੀ ਕਰਨ ਵਾਲਾ ਹੈ। ਸੰਸਾਰ ਦੇ ਜਿੰਨੇ ਵੀ ਚੋਜ ਤਮਾਸ਼ੇ, ਜਿਤਨੀ ਵੀ ਖੇਡ ਹੈ, ਸਤ ਸੰਗਤ ਜੀ ਇਸ ਨੂੰ ਕਰਨ ਵਾਲਾ ਕੇਵਲ ਪ੍ਰਮਾਤਮਾ ਹੀ ਹੈ। ਜਿਸ ਤਰ੍ਹਾਂ ਆਪਾਂ ਪਿਛਲੇ ਸ਼ਲੋਕ ਦੇ ਵਿੱਚ ਵੀ ਬੜੇ ਪਿਆਰ ਦੇ ਨਾਲ ਇਸ ਸ਼ਬਦ ਦਾ ਉਚਾਰਨ ਕੀਤਾ ਹੈ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀ ਅਲ ਸੋਏ। ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਇਹ ਸਾਰੀ ਚੋਜ ਤਮਾਸ਼ੇ ਕਰਨ ਵਾਲਾ ਵਾਹਿਗੁਰੂ ਆਪ ਹੀ ਹੈ। ਨਾਨਕ ਠਾਕੁਰ ਅਗਮ ਅਪਾਰ। ਹੇ ਨਾਨਕ, ਅਕਾਲ ਪੁਰਖ ਪ੍ਰਮਾਤਮਾ ਅਗਮ ਔਰ ਬੇਅੰਤ ਹੈ। ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਉਹ ਨਿਰਗੁਣ ਰੂਪ ਦੇ ਵਿੱਚ ਵੀ ਬੇਅੰਤ ਹੈ ਤੇ ਸਰਗੁਣ ਰੂਪ ਦੇ ਵਿੱਚ ਵੀ ਬੇਅੰਤ ਹੈ। ਜਦੋਂ ਉਸਨੇ ਸੰਸਾਰ ਨਹੀਂ ਸੀ ਬਣਾਇਆ, ਸੰਸਾਰ ਦੀ ਹੋਂਦ ਨਹੀਂ ਸੀ ਬਣੀ, ਸਾਧ ਸੰਗਤ ਜੀ, ਉਦੋਂ ਵੀ ਉਹ ਵਾਹਿਗੁਰੂ ਪੂਰਨ ਸੀ ਤੇ ਹੁਣ ਵੀ ਪੂਰਨ ਹੈ। ਉਹ ਸਰਗੁਣ ਔਰ ਨਿਰਗੁਣ ਰੂਪ ਦੇ ਵਿੱਚ ਰਮਿਆ ਹੋਇਆ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਅੱਗੇ ਤੀਸਰੇ ਪਦੇ ਦੇ ਵਿੱਚ ਵਿਚਾਰ ਸਾਡੇ ਸਾਹਮਣੇ ਰੱਖਦੇ ਹਨ। ਅਬਿਨਾਸੀ ਸੁਖ ਆਪਨ ਆਸਨ, ਤਹ ਜਨਮ ਮਰਨ ਕਹੋ ਕਹਾਂ ਬਿਨਾਸਨ। ਜਦੋਂ ਅਕਾਲ ਪੁਰਖ ਆਪਣੀ ਮੌਜ ਦੇ ਵਿੱਚ, ਆਪਣੇ ਸਰੂਪ ਦੇ ਵਿੱਚ ਟਿਕਿਆ ਬੈਠਾ ਸੀ, ਅਬਿਨਾਸੀ ਸੁਖ ਆਪਨ ਆਸਨ, ਜਦੋਂ ਪ੍ਰਮਾਤਮਾ ਆਪਣੀ ਮੌਜ ਵਿੱਚ, ਆਪਣੀ ਖੁਸ਼ੀ ਵਿੱਚ, ਆਪਣੇ ਆਪ ਦੇ ਵਿੱਚ ਉਹ ਖੁਸ਼ੀ ਵਿੱਚ ਬੈਠਾ ਸੀ, ਤਹ ਜਨਮ ਮਰਨ ਕੋ ਕਹਾਂ ਬਿਨਾਸਨ। ਸਤਿਗੁਰੂ ਜੀ ਕਹਿੰਦੇ ਹਨ, ਦੱਸੋ ਜੰਮਣਾ, ਮਰਨਾ ਤੇ ਮੌਤ, ਇਹ ਨਾਮ ਉਦੋਂ ਕਿੱਥੇ ਸਨ? ਨਾ ਉਦੋਂ ਜੰਮਣਾ ਸੀ, ਨਾ ਉਦੋਂ ਮਰਨਾ ਸੀ, ਨਾ ਉਦੋਂ ਮੌਤ ਦਾ ਡਰ ਸੀ। ਪ੍ਰਮਾਤਮਾ ਨਾ ਜਨਮ ਮਰਨ ਦੇ ਵਿੱਚ, ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ, ਨਾ ਉਹ ਜਨਮ ਮਰਨ ਦੇ ਵਿੱਚ ਹੈ, ਨਾ ਵਾਹਿਗੁਰੂ ਦੇ ਉੱਤੇ ਮੌਤ ਦਾ ਸਮਾਂ ਲਾਗੂ ਹੁੰਦਾ ਹੈ। ਭਾਵ ਜਦੋਂ ਜਨਮ ਮਰਨ ਮੌਤ ਦਾ ਸਮਾਂ ਨਹੀਂ ਸੀ,
ਸਤ ਸੰਗਤ ਜੀ, ਉਦੋਂ ਪ੍ਰਮਾਤਮਾ ਨਿਰਗੁਣ ਰੂਪ ਦੇ ਵਿੱਚ, ਸਰਗੁਣ ਰੂਪ ਦੇ ਵਿੱਚ ਵਿਆਪਕ ਹੈ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਜਦੋਂ ਕਰਤਾਰ ਪ੍ਰਮਾਤਮਾ ਪੂਰਨ ਪ੍ਰਭੂ ਆਪ ਹੀ ਸੀ, ਜਬ ਪੂਰਨ ਕਰਤਾ ਪ੍ਰਭ ਸੋਏ, ਸੰਸਾਰ ਦਾ ਜੋ ਕਰਤਾ ਪ੍ਰਭੂ ਹੈ, ਜਦੋਂ ਉਹ ਸੰਸਾਰ ਵਿੱਚ ਪੂਰਨ ਸੀ, ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਤਰਾਸ ਦਾ ਅਰਥ ਹੁੰਦਾ ਹੈ ਸਤ ਸੰਗਤ ਜੀ ਡਰ। ਉਦੋਂ ਫਿਰ ਦੱਸੋ ਕਿ ਮੌਤ ਦਾ ਡਰ, ਜਮਾਂ ਦਾ ਡਰ ਕਿਸ ਨੂੰ ਹੋ ਸਕਦਾ ਸੀ? ਭਾਵ ਇਹ ਡਰ ਪ੍ਰਮਾਤਮਾ ਨੂੰ ਨਹੀਂ, ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਨਿਆਰਾ ਹੈ। ਜਬ ਅਪਗਤ ਅਗੋਚਰ ਪ੍ਰਭ ਏਕਾ, ਤਬ ਚਿਤਰ ਗੁਪਤ ਕਿਸ ਪੂਛਤ ਲੇਖਾ। ਜਬ ਅਵਗਤ ਅਗੋਚਰ, ਅਵਗਤ ਦਾ ਅਰਥ ਹੈ ਅਦ੍ਰਿਸ਼ਟ ਪ੍ਰਭੂ, ਤੇ ਅਗੋਚਰ ਦਾ ਅਰਥ ਹੈ ਜਿਸ ਤੱਕ ਸਰੀਰਕ ਇੰਦਰੀਆਂ ਦੀ ਪਹੁੰਚ ਨਾ ਹੋਵੇ। ਜਦੋਂ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਪ੍ਰਮਾਤਮਾ ਆਪ ਹੀ ਸੀ, ਜੋ ਸਤ ਸੰਗਤ ਜੀ ਸਰੀਰਕ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ। ਮਹਾਰਾਜ ਜੀ ਕਹਿੰਦੇ ਨੇ, ਦੱਸੋ ਚਿੱਤਰ ਗੁਪਤ ਫਿਰ ਕਿਸ ਨੂੰ ਲੇਖਾ ਪੁੱਛ ਸਕਦੇ ਸਨ? ਕਿਉਂਕਿ ਪਰਮਾਤਮਾ ਨੂੰ ਤਾਂ ਕੋਈ ਲੇਖਾ ਪੁੱਛਣ ਵਾਲਾ ਹੈ ਹੀ ਨਹੀਂ। ਲੇਖਾ ਤਾਂ 84 ਲੱਖ ਜੀਵਾਂ ਨੂੰ ਪੁੱਛਿਆ ਜਾਂਦਾ ਹੈ, ਪਰ ਪਰਮਾਤਮਾ ਨੂੰ ਨਾ ਕਿਸੇ ਚਿੱਤਰ ਗੁਪਤ ਦਾ, ਨਾ ਧਰਮਰਾਜ ਦਾ, ਨਾ ਜਨਮ ਦਾ, ਨਾ ਮੌਤ ਦਾ, ਨਾ ਮਰਨ ਦਾ ਡਰ ਪਰਮਾਤਮਾ ਦੇ ਵਿੱਚ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਵਾਹਿਗੁਰੂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਡਰ ਲਾਗੂ ਨਹੀਂ ਹੁੰਦਾ। ਉਹ ਨਿਡਰ ਹੈ, ਉਹ ਨਿਰਭਉ ਹੈ। ਜਬ ਨਾਥ ਨਿਰੰਜਨ ਅਗੋਚਰ ਅਗਾਧੇ, ਤਬ ਕੌਣ ਛੁਟੇ ਕੌਣ ਬੰਧਨ ਬਾਂਧੇ। ਜਦੋਂ ਮਾਲਕ ਮਾਇਆ ਰਹਿਤ ਅਥਾ ਅਗੋਚਰ ਆਪ ਹੀ ਸੀ, ਉਸ ਪ੍ਰਮਾਤਮਾ ਉੱਤੇ ਸਤ ਸੰਗਤ ਜੀ ਮਾਇਆ ਲਾਗੂ ਨਹੀਂ ਹੁੰਦੀ। ਮਾਇਆ ਕੀ ਹੈ? ਮਾਇਆ, ਸਾਡਾ ਸਰੀਰ ਵੀ ਮਾਇਆ ਦਾ ਹਿੱਸਾ ਹੈ। ਸਰੀਰ ਨਾਲ ਸੰਬੰਧਿਤ ਜਿੰਨੀਆਂ ਵੀ ਵਸਤੂਆਂ ਹਨ, ਸਤ ਸੰਗਤ ਜੀ ਇਹ ਸਾਰੀਆਂ ਮਾਇਆ ਦਾ ਹਿੱਸਾ ਹੈ। ਸਾਰਾ ਸੰਸਾਰ ਮਾਇਆ ਦਾ ਹਿੱਸਾ ਹੈ। ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡਹਿਕਾਈ। तो सतगुरु जी कहते हैं कि प्रमात्मा माया तो रहत है, तब कौन छुटे कौन बंधन बांधे। फिर दसो माया दे बंधना तो मुक्त कौन सी ते कौन माया दे बंधना दे विच बझा होया सी। क्योंकि माया दे बंधन दे विच केवल जीव फसदे हन, परमात्मा माया दे बंधन दे विच नहीं है। वो निर्गुण रूप दे विच और सरगुण रूप दे विच व्यापक है। सतगुरु जी अगे फरमान करते हैं, आपन आप आप ही आचरजा, नानक आपन रूप आप ही उपरजा। वो आश्चर्य रूप परमात्मा अपने वर्गा आप ही है, उहदे वर्गा कोई होर नहीं। सत संगत जी वाहिगुरु अपने वर्गा आप ही है। सारे संसार नूं केवल एक परमात्मा ही चलांदा है, कोई होर नहीं चलांदा। परमात्मा एक हुंदा होया अनेकता विच व्यापक है, ते अनेकां रूपां दे विच परमात्मा एक है। गुरु गोबिंद सिंह महाराज जी दे बचन हन, अनेक है फिर एक है। सतगुरु महाराज जी कहते हैं, वो परमात्मा आप ही सब कुछ करने वाला है। नानक आपन रूप आप ही उपरजा। हे नानक, अपना आकार उसने आप ही पैदा किया होया। वो किस तरह का है, उहदा रूप किस तरह का है, भावें उहदा कोई रूप नहीं, उहदा कोई रंग नहीं, उहदा कोई चेन चक्कर नहीं, पर वो जो ताकत है, वो जो
ਸਾਰਿਆਂ ਦਾ ਮਾਲਕ ਪ੍ਰਮਾਤਮਾ ਹੈ, ਉਸਨੇ ਆਪਣਾ ਜਿਸ ਤਰ੍ਹਾਂ ਦਾ ਵੀ ਰੂਪ ਬਣਾਇਆ, ਸਤ ਸੰਗਤ ਜੀ, ਪ੍ਰਮਾਤਮਾ ਨੇ ਆਪ ਹੀ ਆਪਣਾ ਰੂਪ ਬਣਾਇਆ। ਕਿਸੇ ਨੇ ਪ੍ਰਮਾਤਮਾ ਨੂੰ ਜਨਮ ਨਹੀਂ ਦਿੱਤਾ। ਸਾਨੂੰ ਮਾਤਾ ਪਿਤਾ ਨੇ ਜਨਮ ਦਿੱਤਾ, ਪਰ ਪ੍ਰਮਾਤਮਾ ਨੂੰ ਕਿਸੇ ਨੇ ਜਨਮ ਨਹੀਂ ਦਿੱਤਾ। ਉਹ ਜੂਨਾਂ ਦੇ ਵਿੱਚ ਨਹੀਂ ਆਉਂਦਾ, ਉਹ ਆਜੂਨੀ ਹੈ। ਨਾਨਕ ਆਪਨ ਰੂਪ ਆਪ ਹੀ ਉਪਰਜਾ। ਸਤਿਗੁਰੂ ਜੀ ਫਰਮਾਨ ਕਰਦੇ ਹਨ, ਵਾਹਿਗੁਰੂ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹ ਆਪ ਹੀ ਪ੍ਰਗਟ ਹੋਇਆ, ਆਪ ਹੀ ਆਪਣੇ ਆਪ ਨੂੰ ਬਣਾਇਆ। ਚੌਥਾ ਪਦਾ ਹੈ, ਜਹ ਨਿਰਮਲ ਪੁਰਖ ਪੁਰਖ ਪਤ ਹੋਤਾ। ਜਿਸ ਅਵਸਥਾ ਵਿੱਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਸੀ, ਤਹਿ ਬਿਨ ਮੈਲ ਕਹੋ ਕਿਆ ਧੋਤਾ। ਉੱਥੇ ਉਹ ਮੈਲ ਰਹਿਤ ਸੀ, ਤਾਂ ਦੱਸੋ ਕਿਸ ਨੇ ਕਿਹੜੀ ਮੈਲ ਧੋਣੀ ਸੀ? ਪ੍ਰਮਾਤਮਾ ਉੱਤੇ ਤਾਂ ਕੋਈ ਮੈਲ ਨਹੀਂ। ਮੈਲ ਤਾਂ ਜੀਵਾਂ ਦੇ ਉੱਤੇ, ਵਿਕਾਰਾਂ ਦੀ ਮੈਲ, ਬੰਧਨਾਂ ਦੀ ਮੈਲ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਮੈਲ, ਇਹ ਤਾਂ ਜੀਵਾਂ ਦੇ ਉੱਤੇ ਹੈ। ਵਾਹਿਗੁਰੂ ਦੇ ਉੱਤੇ ਕੋਈ ਮੈਲ ਨਹੀਂ। ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਜਦੋਂ ਨਿਰਮਲ ਭਾਵ ਮੈਲ ਤੋਂ ਰਹਿਤ ਪ੍ਰਮਾਤਮਾ ਜਿਸ ਅਵਸਥਾ ਵਿੱਚ ਜੀਵਾਂ ਦਾ ਮਾਲਕ ਸੀ, ਉੱਥੇ ਉਹ ਮੈਲ ਰਹਿਤ ਸੀ, ਤੇ ਦੱਸੋ ਉਸਨੇ ਕਿਹੜੀ ਮੈਲ ਧੋਣੀ ਸੀ? ਭਾਵ ਕੋਈ ਮੈਲ ਸੀ ਹੀ ਨਹੀਂ, ਤੇ ਪ੍ਰਮਾਤਮਾ ਉੱਤੇ ਨਾ ਹੀ ਕੋਈ ਮੈਲ ਲੱਗਦੀ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਜਹ ਨਿਰੰਜਨ ਨਿਰੰਕਾਰ ਨਿਰਬਾਨ। ਜਿੱਥੇ ਮਾਇਆ ਰਹਿਤ, ਆਕਾਰ ਰਹਿਤ ਤੇ ਵਾਸ਼ਨਾ ਰਹਿਤ ਪ੍ਰਭੂ ਆਪ ਸੀ। ਨਿਰੰਜਨ, ਨਿਰੰਕਾਰ, ਨਿਰਬਾਨ ਭਾਵ ਜਿੱਥੇ ਮਾਇਆ ਤੋਂ ਰਹਿਤ, ਆਕਾਰ ਤੋਂ ਰਹਿਤ ਔਰ ਵਾਸ਼ਨਾ ਤੋਂ ਰਹਿਤ, ਜਿੱਥੇ ਪ੍ਰਮਾਤਮਾ ਪ੍ਰਭੂ ਸੀ, ਤੈ ਕੌਣ ਕੋ ਮਾਨ ਕੌਣ ਅਭਿਮਾਨ। ਉੱਥੇ ਮਾਨ ਅਹੰਕਾਰ ਕਿਸ ਨੂੰ ਹੋਣਾ? ਭਾਵ ਉੱਥੇ ਮਾਨ ਅਹੰਕਾਰ ਵਾਲੀ ਤਾਂ ਗੱਲ ਹੀ ਨਹੀਂ ਸੀ। ਵਾਹਿਗੁਰੂ ਦੇ ਵਿੱਚ ਨਾ ਕੋਈ ਮਾਨ ਹੈ, ਨਾ ਕੋਈ ਅਹੰਕਾਰ ਹੈ। ਅਸੀਂ ਕਈ ਵਾਰੀ ਇਹ ਔਗਣ ਕਰ ਜਾਂਦੇ ਹਾਂ, ਸਾਡੇ ਕੋਲ ਕੋਈ ਤਾਕਤ ਆ ਜਾਏ, ਸਾਨੂੰ ਕੋਈ ਵਸਤੂ ਦੀ ਪ੍ਰਾਪਤੀ ਹੋ ਜਾਏ, ਤਾਂ ਕਈ ਵਾਰੀ ਸਾਡੇ ਹਿਰਦੇ ਦੇ ਵਿੱਚ ਅਹੰਕਾਰ ਆ ਜਾਂਦਾ ਹੈ। ਪਰ ਉਹ ਪ੍ਰਮਾਤਮਾ ਤਾਂ ਸਾਰੀ ਦੁਨੀਆ ਦਾ ਮਾਲਕ ਹੈ। ਉਹ ਤਾਂ ਉਹਦੇ ਵਰਗਾ ਤਾਂ ਕੋਈ ਰਾਜਾ ਹੀ ਨਹੀਂ। ਹਰ ਕੀ ਗਤ ਨੈ ਕੋਉ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰਬੋ ਲੋਕ ਸਿਆਣੇ। ਸਤਿਗੁਰੂ ਜੀ ਕਹਿੰਦੇ ਨੇ ਕਿ ਵਾਹਿਗੁਰੂ ਦੀ ਗਤੀ ਨੂੰ ਕਿਸੇ ਨੇ ਨਹੀਂ ਜਾਣਿਆ। ਉਹਦੇ ਵਰਗਾ ਅੱਜ ਤੱਕ ਦੁਨੀਆ ਦੇ ਵਿੱਚ ਕੋਈ ਨਹੀਂ ਬਣਿਆ। ਜਿੰਨਾ ਵੱਡਾ ਨਿਜ਼ਾਮ ਪ੍ਰਮਾਤਮਾ ਚਲਾ ਰਿਹਾ, ਉਹ ਤਾਂ ਕੀਤਾ ਪਸਾਓ ਏਕੋ ਕਵਾਓ, ਇੱਕ ਹੁਕਮ ਦੇ ਨਾਲ ਵੱਡੇ ਵੱਡੇ ਦਰਿਆ ਬਣਾ ਦਿੰਦਾ। ਤਿਸ ਤੇ ਹੋਏ ਲੱਖ ਦਰਿਆਓ। ਇੱਕ ਹੁਕਮ ਦੇ ਨਾਲ ਧਰਤੀ ਬਣਾ ਦਿੰਦਾ, ਇੱਕ ਹੁਕਮ ਨਾਲ ਜ਼ਿੰਦਗੀ ਦੇ ਦਿੰਦਾ, ਇੱਕ ਹੁਕਮ ਨਾਲ ਜ਼ਿੰਦਗੀ ਲੈ ਲੈਂਦਾ, ਇੱਕ ਹੁਕਮ ਨਾਲ ਸੁੱਖ ਦੇ ਦਿੰਦਾ, ਇੱਕ ਹੁਕਮ ਦੇ ਨਾਲ ਸੁੱਖ ਲੈ ਲੈਂਦਾ। ਤੋ ਇਹ ਜਿੰਨੇ ਵੀ ਨਿਜ਼ਾਮ ਨੂੰ ਚਲਾਉਣ ਵਾਲਾ ਵਾਹਿਗੁਰੂ ਹੈ, ਉਹਦੇ ਵਿੱਚ ਜ਼ਰਾ ਜਿੰਨਾ ਵੀ ਅਹੰਕਾਰ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਉਦੋਂ ਨਾ ਮਾਣ ਤੇ ਨਾ ਅਹੰਕਾਰ ਸੀ, ਕਿਉਂਕਿ ਵਾਹਿਗੁਰੂ ਨੂੰ ਨਾ ਅਹੰਕਾਰ ਹੈ ਤੇ ਨਾ ਹੀ ਉਸ ਨੂੰ ਮਾਣ ਚੰਗਾ ਲੱਗਦਾ। ਹਰ ਜੀਉ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਜਹ ਸਰੂਪ ਕੇਵਲ ਜਗਦੀਸ਼। ਜਿੱਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ। ਜਗਦੀਸ਼ ਦਾ ਅਰਥ ਹੈ ਜੋ ਜਗਤ ਦਾ ਈਸ਼, ਜਗਤ ਦਾ ਮਾਲਕ। ਜਿੱਥੇ ਪ੍ਰਮਾਤਮਾ ਦੀ ਹਸਤੀ ਸੀ, ਤਹ ਛਲ ਛਿਦਰ ਲਗਤ ਕਹੋ ਕੀਸ। ਛਲ ਮੀਨਸ ਧੋਖਾ, ਛਿਦਰ ਮੀਨਸ ਐਬ। ਸਤਿਗੁਰੂ ਜੀ ਕਹਿੰਦੇ ਨੇ, ਦੱਸੋ ਛਲ ਤੇ ਐਬ ਇਹ ਫਿਰ ਕਿਸ ਨੂੰ ਸਨ? ਭਾਵ ਵਾਹਿਗੁਰੂ ਨੂੰ ਨਾ ਛਲ ਤੇ ਨਾ ਐਬ ਨਾ ਭਰਮ ਭੁਲੇਖੇ ਵਾਹਿਗੁਰੂ ਦੇ ਉੱਤੇ ਲਾਗੂ ਹੁੰਦੇ। ਉਹ ਤਾਂ ਇਹਨਾਂ ਤੋਂ ਭਾਈ ਨਿਆਰਾ ਹੈ।
ਜਹ ਜੋਤ ਸਰੂਪੀ ਜੋਤ ਸੰਗ ਸਮਾਵੈ। ਜਦੋਂ ਜੋਤ ਰੂਪ ਪ੍ਰਭੂ ਆਪਣੀ ਹੀ ਜੋਤ ਵਿੱਚ ਲੀਨ ਸੀ, ਤੈ ਕਿਸੇ ਭੂਖ ਕਵਨ ਤ੍ਰਿਪਤਾਵੈ। ਸਤਿਗੁਰੂ ਜੀ ਫਰਮਾਨ ਕਰਦੇ ਹਨ, ਤਦੋਂ ਕਿਸ ਨੂੰ ਮਾਇਆ ਦੀ ਭੁੱਖ ਹੋ ਸਕਦੀ ਸੀ ਤੇ ਕੌਣ ਰੱਜਿਆ ਹੋਇਆ ਸੀ। ਸਤਿਗੁਰੂ ਜੀ ਮਹਾਰਾਜ ਫਰਮਾਨ ਕਰਦੇ ਹਨ, ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤੈ ਕਿਸੇ ਭੂਖ ਕਵਨ ਤ੍ਰਿਪਤਾਵੈ। ਪਰਮਾਤਮਾ ਸਰਗੁਣ ਨਿਰਗੁਣ ਰੂਪ ਦੇ ਵਿੱਚ ਨਾ ਉਸ ਨੂੰ ਭੁੱਖ ਹੈ, ਨਾ ਉਹ ਕਿਸੇ ਤਰ੍ਹਾਂ ਦੇ ਵਿਕਾਰ ਦੇ ਵਿੱਚ ਫਸਿਆ ਹੋਇਆ ਤੇ ਨਾ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਝਗੜਾ ਹੈ। ਚੌਥੇ ਪਦੇ ਦੀਆਂ ਅੰਤਲੀਆਂ ਪੰਕਤੀਆਂ ਹਨ, ਕਰਨ ਕਰਾਵਨ ਕਰਨੈ ਹਾਰ, ਨਾਨਕ ਕਰਤੇ ਕਾ ਨਾਹੀ ਸੁਮਾਰ। ਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਤੇ ਜੀਵਾਂ ਤੋਂ ਕਰਾਉਣ ਵਾਲਾ ਹੈ। ਕਰਨ ਕਰਾਵਨ ਕਰਨੈ ਹਾਰ, ਸਭ ਕੁਝ ਕਰਨ ਵਾਲਾ ਤੇ ਸਾਰੇ ਜੀਵਾਂ ਤੋਂ ਕਰਾਉਣ ਵਾਲਾ ਵਾਹਿਗੁਰੂ ਆਪ ਹੀ ਹੈ। ਉਹਦੇ ਜੈਸਾ ਕੋਈ ਹੋਰ ਨਹੀਂ। ਗੁਰਬਾਣੀ ਦੇ ਵਿੱਚ ਇਸ ਪ੍ਰਥਾਏ ਬਹੁਤ ਸਾਰੇ ਬਚਨ ਹਨ। ਜਿਸ ਤਰ੍ਹਾਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦਾ ਬਚਨ ਹੈ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਨਾਨਕ ਤਿਸ ਬਲਿਹਾਰਨੈ, ਜਲ ਥਲ ਮਹੀਅਲ ਸੋਈ। ਸਭੈ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਕਟ ਕਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਕਟ ਕਟ ਸੋ ਪ੍ਰਭ ਆਦ ਜੁਗਾਦ। ਇਤਿਆਦਿ ਗੁਰਬਾਣੀ ਦੇ ਬਹੁਤ ਸਾਰੇ ਸ਼ਬਦ ਹਨ, ਜਿਨ੍ਹਾਂ ਤੋਂ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੈ ਕਿ ਭਾਈ ਉਹ ਵਾਹਿਗੁਰੂ ਬੜੀ ਵੱਡੀ ਹਸਤੀ ਦਾ, ਬੜੀ ਵੱਡੀ ਤਾਕਤ ਦਾ ਮਾਲਕ ਹੈ। ਨਾਨਕ ਕਰਤੇ ਕਾ ਨਾਹੀ ਸੁਮਾਰ। ਸੁਮਾਰ ਦਾ ਅਰਥ ਹੈ ਅੰਦਾਜ਼ਾ। ਹੇ ਨਾਨਕ, ਕਰਤਾਰ ਦਾ ਅੰਦਾਜ਼ਾ, ਉਹਦਾ ਅੰਤ, ਉਹਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਜੇ ਆਪਾਂ ਆਖੀਏ ਕਿ ਅਸੀਂ ਪ੍ਰਮਾਤਮਾ ਦਾ ਅੰਦਾਜ਼ਾ ਲਾ ਲਿਆਂਗੇ ਕਿ ਪ੍ਰਮਾਤਮਾ ਕਿਸ ਤਰ੍ਹਾਂ ਦਾ ਹੁਕਮ ਕਰਦਾ ਹੈ, ਉਹਦਾ ਹੁਕਮ ਕਿੱਡਾ ਵੱਡਾ ਹੈ, ਉਹਦਾ ਹੁਕਮ ਕਿਸ ਤਰ੍ਹਾਂ ਸਾਡੇ ਤੇ ਲਾਗੂ ਹੋਵੇਗਾ, ਸਤਿਗੁਰੂ ਜੀ ਕਹਿੰਦੇ ਨੇ ਇਹ ਅੰਦਾਜ਼ਾ ਤਾਂ ਲਾਇਆ ਜਾ ਹੀ ਨਹੀਂ ਸਕਦਾ। ਹਰ ਕੀ ਗਤ ਨੈ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰਬੋ ਲੋਗ ਸਿਆਣੇ। ਛਿਨ ਮੈਂ ਰਾਉ ਰੰਕ ਕੋ ਕਰਈ, ਰਾਉ ਰੰਕ ਕਰ ਡਾਰੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਬਚਨ ਹੈ। ਸਤਿਗੁਰੂ ਜੀ ਕਹਿੰਦੇ ਹਨ, ਵਾਹਿਗੁਰੂ ਦੀ ਗਤੀ ਨੂੰ ਕੋਈ ਨਹੀਂ ਜਾਣਦਾ। ਵੱਡੇ ਵੱਡੇ ਦਾਨੇ, ਸਿਆਣੇ, ਸਮਝਦਾਰ ਉਸ ਪ੍ਰਮਾਤਮਾ ਦੀ ਗਤੀ ਨੂੰ ਜਾਣਨ ਦੀ ਕੋਸ਼ਿਸ਼ ਕੀਤੀ, ਪਰ ਪ੍ਰਮਾਤਮਾ ਦੇ ਅੰਤ ਨੂੰ ਨਹੀਂ ਪਾ ਸਕੇ। ਜੋਗੀ ਜਤੀ ਤਪੀ ਪਚ ਹਾਰੇ, ਸਾਰੇ ਹਾਰ ਗਏ। ਅਰਬੋ ਲੋਕ ਸਿਆਣੇ, ਬੜੇ ਬੜੇ ਸਿਆਣੇ ਬੰਦੇ ਵੀ ਹਾਰ ਗਏ। ਕਿਉਂ ਹਾਰ ਗਏ? ਕਿਉਂ ਨਹੀਂ ਅੰਤ ਪਾ ਸਕੇ? ਕਿਉਂਕਿ ਸਤ ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ, ਛਿਨ ਮੈਂ ਰਾਉ ਰੰਕ ਕੋ ਕਰਈ, ਰਾਉ ਰੰਕ ਕਰ ਡਾਰੇ। ਰੀਤੇ ਭਰੇ ਭਰੇ ਸਖ ਨਾਵੈ, ਜੈ ਤਾਕੋ ਵਿਵਹਾਰੇ। ਉਹ ਵਾਹਿਗੁਰੂ ਆਪਣੇ ਹੁਕਮ ਦੇ ਨਾਲ 1 ਮਿੰਟ ਦੇ ਵਿੱਚ, 1 ਸੈਕਿੰਡ ਦੇ ਵਿੱਚ ਧਰਤੀਆਂ ਬਣਾ ਦਿੰਦਾ ਹੈ ਤੇ 1 ਸੈਕਿੰਡ ਦੇ ਵਿੱਚ ਸਾਰੀਆਂ ਧਰਤੀਆਂ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ। ਜਬ ਉਤਕਰਖ ਕਰਾ ਕਰਤਾਰਾ, ਪ੍ਰਜਾ ਤਰਤ ਤਬ ਦੇ ਅਪਾਰਾ। ਇਹ ਪ੍ਰਮਾਤਮਾ ਦੀ ਕਲਾ ਹੈ। ਭਿਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾਰੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਲੋਕ ਵਿੱਚ ਔਰ ਪਹਿਲੇ 4 ਪਦਿਆਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕੀਤੀ ਕਿ ਸਤ ਸੰਗਤ ਜੀ, ਵਾਹਿਗੁਰੂ ਪ੍ਰਮਾਤਮਾ ਦੋਨਾਂ ਰੂਪਾਂ ਵਿੱਚ, ਸਰਗੁਣ ਵਿੱਚ ਵੀ ਔਰ ਨਿਰਗੁਣ ਵਿੱਚ ਵੀ। ਸਰਗੁਣ ਸਰੂਪ ਜੋ ਦਿਸਣ ਦੇ ਵਿੱਚ ਹੈ, ਜਿਤਨੇ ਵੀ ਸੰਸਾਰ ਉੱਤੇ ਜੀਵ ਹਨ, ਇਹ ਸਾਰੇ ਸਰਗੁਣ ਰੂਪ ਦੇ ਵਿੱਚ, ਔਰ ਸਾਰਿਆਂ ਦੇ ਵਿੱਚ ਜੋ ਜੋਤ ਹੈ, ਜੋ ਤਾਕਤ ਹੈ,
ਉਹ ਨਿਰਗੁਣ ਰੂਪ ਦੇ ਵਿੱਚ ਪ੍ਰਮਾਤਮਾ ਮੌਜੂਦ ਹੈ। ਅਵਲ ਅੱਲ੍ਹੈ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰਬ ਮਾਏ, ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾਏ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਵਾਹਿਗੁਰੂ ਤਾਂ ਭਾਈ ਸਾਰੇ ਸੰਸਾਰ ਦੇ ਵਿੱਚ ਮੌਜੂਦ ਹੈ। ਉਹ ਆਪ ਹੀ ਸਭ ਕੁਝ ਕਰਨ ਵਾਲਾ ਹੈ, ਸਾਰੇ ਬ੍ਰਹਿਮੰਡ ਨੂੰ, ਸਾਰੀ ਧਰਤੀ ਨੂੰ ਚਲਾਉਣ ਵਾਲਾ ਹੈ। ਉਸ ਜੈਸਾ ਸੰਸਾਰ ਦੇ ਵਿੱਚ ਹੋਰ ਕੋਈ ਨਹੀਂ। ਉਹ ਅਗੰਮ ਅਗੋਚਰ ਬੇਅੰਤ ਹੈ। ਵਾਹਿਗੁਰੂ ਦੀ ਜਿੰਨੀ ਵਡਿਆਈ ਕਰ ਸਕੀਏ ਉਹ ਥੋੜ੍ਹੀ ਹੈ। ਸਾਡੀ ਜ਼ਬਾਨ ਇੱਕ ਹੈ, ਪਰਮਾਤਮਾ ਦੇ ਅਨੇਕਾਂ ਗੁਣ ਹਨ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸਤਿਗੁਰੂ ਜੀ ਕਿਰਪਾ ਕਰਨ। ਸਤ ਸੰਗਤ ਜੀ, ਅੱਜ ਆਪਾਂ 21ਵੀਂ ਅਸ਼ਟਪਦੀ ਦੇ ਪਹਿਲੇ 4 ਬੰਦਾਂ ਦੀ ਵਿਚਾਰ ਕਰਨ ਦਾ ਯਤਨ ਕੀਤਾ ਹੈ। ਤੁਛ ਬੁੱਧੀ ਅਨੁਸਾਰ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੀ ਵਿਚਾਰ ਆਪ ਕਰਵਾਈ। ਸਤ ਸੰਗਤ ਜੀ, ਗੁਰਬਾਣੀ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ ਜੀ। ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅਰਦਾਸ ਹੈ ਸਤਿਗੁਰੂ ਜੀ ਸਰਬੱਤ ਦੇ ਘਰ ਪਰਿਵਾਰਾਂ ਅੰਦਰ ਸੁਖ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨ। ਸਰਬੱਤ ਸੰਗਤਾਂ ਨੂੰ ਨਾਮਦਾਨ, ਗੁਰਸਿੱਖੀ ਜੀਵਨ, ਦੇਹ ਅਰੋਗਤਾ, ਤੰਦਰੁਸਤੀਆਂ ਬਖਸ਼ਿਸ਼ ਕਰਨ। ਸਰਬੱਤ ਦੇ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਸਤ ਸੰਗਤ ਜੀ, ਇਹ ਅਰਦਾਸ ਸਾਰੇ ਕਰੀਏ। ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਸਤਿਗੁਰੂ ਜੀ ਕਿਰਪਾ ਕਰਨ। ਰਹਿੰਦੇ ਹੋਏ 4 ਪਦਿਆਂ ਦੀ ਵਿਚਾਰ ਆਉਣ ਵਾਲੇ ਸਮੇਂ ਵਿੱਚ ਕਰਨ ਦਾ ਯਤਨ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ